ਉਸੇ ਇੰਪਰੂਵਮੈਂਟ ਟਰਸਟ ਬਾਰੇ ਗੱਲ ਹੋ ਰਹੀ ਹੈ ਜਿਹਨੂੰ ਕਹਿ ਰਹੇ ਸੀ ਕਿ ਇੰਪਰੂਵਮੈਂਟ ਟਰਸਟ ਤਾਂ ਡੁੱਬ ਗਿਆ ਆ, ਇੰਪਰੂਵਮੈਂਟ ਟਰਸਟ ਤਾਂ ਖਤਮ ਹੋ ਗਿਆ। ਜਿਹੜੇ ਘਪਲੇ ਵੀ ਹੋਇਆ ਉਹਨਾਂ ਵਿੱਚੋਂ ਹੀ ਸਾਡੇ ਹੀ ਕੁਝ EMPLOYEE ਇਨਵੋਲਡ ਨੇ, ਜਿਨ੍ਹਾਂ ਵਿੱਚੋਂ 2 ਬੰਦੇ ਤਾਂ ਬਿਲਕੁਲ ਗਹਿ ਗੱਚ ਇਨਵੋਲਡ ਨੇ, ਜਿਨ੍ਹਾਂ ਦੇ ਫਾਈਲਾਂ ਦੇ ਉੱਪਰ ਹੀ ਸਬੂਤ ਪਏ ਆ। ਕਾਗਜ਼ਾਤ ਪਏ ਹੋਏ ਨੇ, ਜ਼ਮੀਨਾਂ ਅਲਾਟ ਹੋਈਆਂ ਨੇ, ਤਾਂ ਜ਼ਾਹਿਰ ਤੌਰ ਦੇ ਉੱਤੇ ਚੇਅਰਮੈਨ ਸਾਹਿਬ ਦੇ ਦਸਤਖਤ ਤੋਂ ਬਿਨਾਂ ਕਿਸ ਤਰ੍ਹਾਂ ਹੋ ਸਕਦੀਆਂ ਨੇ? ਨਹੀਂ, ਮੈਂ ਤਾਂ ਨਹੀਂ ਕਿਹਾ ਵੀ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈਗੀ। ਸਾਹਿਬ, ਤੁਸੀਂ 25 ਪੰਨਿਆਂ ਦੀ ਇੱਕ ਰਿਪੋਰਟ ਦਾ ਜ਼ਿਕਰ ਕੀਤਾ, ਉਸ ਰਿਪੋਰਟ ਦੇ ਵਿੱਚ ਸਿਰਫ ਇਹ ਅਮਾਊਂਟ ਦੇ ਵੇਰਵੇ ਹੀ ਸੀਗੇ ਜਾਂ ਫਿਰ ਕੋਈ ਨਾਮ ਵੀ ਮੌਜੂਦ ਸੀ? ਆਹੋ, ਲਿਖੇ ਹੋਏ ਆ ਐਕਚੁਅਲੀ ਚੇਅਰਮੈਨ EO ਜਾਂ ਕੋਈ ਡਿਪੈਂਡ ਕਰਦਾ ਉਹਦੇ ਵਿੱਚੋਂ, ਕਿਉਂਕਿ ਹੈ ਤਾਂ ਕੇਸ ਇਦਾਂ ਦਾ ਹੀ ਹੈ। ਜਲੰਧਰ ਇੰਪਰੂਵਮੈਂਟ ਟਰਸਟ ਦਾ ਮੁੱਦਾ ਹੈ ਔਰ ਇੰਪਰੂਵਮੈਂਟ ਟਰਸਟ ਦੇ ਨਵੇਂ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਅਚਾਨਕ ਪ੍ਰੈਸ ਕਾਨਫਰੰਸ ਸੱਦ ਲੈਂਦੇ ਨੇ। ਆਖਿਰ ਕੀ ਕਾਰਨ ਸੀ ਉਸ ਪ੍ਰੈਸ ਕਾਨਫਰੰਸ ਦਾ, ਕਿਉਂ ਉਹ ਪ੍ਰੈਸ ਕਾਨਫਰੰਸ ਸੱਦੀ ਗਈ, ਕੁਝ ਹੀ ਦੇਰ 'ਚ ਜਾਣਦੇ ਆ। ਪਰ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਵਿਵਾਦ ਲਗਾਤਾਰ ਬਣਦੇ ਆ ਰਹੇ ਨੇ ਆਮ ਲੋਕਾਂ ਦੇ ਵਿੱਚ ਤੇ ਜਲੰਧਰ ਦੀ ਤੇ ਪੰਜਾਬ ਦੀ ਸਿਆਸਤ ਦੇ ਵਿੱਚ। ਇਹ ਤਾਂ ਜ਼ਰੂਰ ਜਾਣਿਆ ਜਾਂਦਾ ਹੈ ਕਿ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਸ਼ਾਇਦ ਘਪਲੇਬਾਜ਼ੀ ਕਿਤੇ ਵੱਖਰੇ ਹੀ ਪੱਧਰ 'ਤੇ ਚੱਲਦੀ ਪਈ ਹੈ। ਪਰ ਅੱਜ ਜਗਤਾਰ ਸਿੰਘ ਸੰਘੇੜਾ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਇਹ ਪ੍ਰੈਸ ਕਾਨਫਰੰਸ ਕਿਉਂ ਸੱਦੀ ਗਈ ਅਤੇ ਜਿਹੜੇ ਘਪਲੇ ਨੇ ਔਰ ਕਿਹੜੇ ਇਹੋ ਜਿਹੇ ਮਾਮਲੇ ਨੇ ਜਿਨ੍ਹਾਂ ਦੇ ਉੱਤੋਂ ਪਰਦਾ ਚੁੱਕਦੇ ਨਜ਼ਰ ਆ ਰਹੇ ਨੇ। ਸੰਘੇੜਾ ਸਾਹਿਬ, ਸਰ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਬੇਟਾ। ਅੱਜ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਜਿਹੜੀ ਤੁਸੀਂ ਅਚਾਨਕ ਪ੍ਰੈਸ ਕਾਨਫਰੰਸ ਸੱਦੀ ਹੈ, ਤੁਸੀਂ ਆਪਣੀ ਕੁਰਸੀ ਤਾਂ ਕਾਫੀ ਦੇਰ ਪਹਿਲਾਂ ਦੀ ਉਹਦੇ ਉੱਤੇ ਤੁਸੀਂ ਬੈਠ ਚੁੱਕੇ ਹੋ, ਪਰ ਅਚਾਨਕ ਪ੍ਰੈਸ ਕਾਨਫਰੰਸ ਸੱਦਣ ਦਾ ਕੀ ਮਤਲਬ ਸੀਗਾ, ਕਿਉਂ ਇਹ ਸੱਦੀ ਗਈ? ਮੈਂ ਕੰਮ ਕਰਨ ਵਾਲਾ ਬੰਦਾ ਹਾਂ ਬੇਸਿਕਲੀ, ਨੀਵੀਂ ਪਾ ਕੇ ਕੰਮ ਕਰਨ ਵਾਲਾ। ਅਤੇ ਹੁਣ ਕਾਫੀ ਦੇਰ ਹੋ ਗਈ ਸੀਗੀ, ਮੈਂ ਜਦੋਂ ਜੁਆਇਨ ਕੀਤਾ ਸੀ ਤੁਹਾਡੇ ਸਾਰਿਆਂ ਨਾਲ ਵਾਅਦਾ ਕੀਤਾ ਸੀ ਪੀਰੀਓਡਿਕਲੀ ਮੈਂ ਤੁਹਾਨੂੰ ਦੱਸਿਆ ਕਰੂੰਗਾ ਮੈਂ ਕੀ ਕਰਦਾ ਹਾਂ। ਅਤੇ ਅੱਜ ਬੇਸਿਕਲੀ ਤਾਂ ਮੈਂ ਇਸ ਕਰਕੇ ਸੱਦੀ ਸੀ, ਤੁਹਾਨੂੰ ਪ੍ਰੈਸ ਨੋਟ ਵੀ ਸਾਰਿਆਂ ਨੂੰ ਦਿੱਤਾ ਹੈ ਕਿ ਪਿਛਲੇ ਸਮੇਂ 'ਚ ਜਿਹੜੀ 8 ਕਰੋੜ ਦੀ ਇਨਕਮ ਹੋਈ ਸੀ ਹੁਣ 16 ਕਰੋੜ ਦੀ ਹੋਈ ਹੈ। ਅਤੇ ਜਿਹੜੀਆਂ ਅਸੀਂ ਕੰਮ ਕਰ ਰਹੇ ਹਾਂ, ਸੀਵਰੇਜ ਦਾ ਕੰਮ ਸੀਗਾ 2 ਕਰੋੜ 63 ਲੱਖ ਉੱਥੇ ਖਰਚਿਆ ਜਾ ਰਿਹਾ ਹੈ ਸੂਰਿਆ ਇਨਕਲੇਵ ਵੱਲ, ਅਤੇ ਉੱਥੇ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਇਹਨਾਂ ਦਿਨਾਂ ਥੋੜ੍ਹੀ ਜ਼ਿਆਦਾ ਆ ਗਈ ਹੈ, ਹੁਣ ਤੱਕ ਮੁਕੰਮਲ ਹੋ ਜਾਣਾ ਚਾਹੀਦਾ ਸੀ ਪਰ ਬਾਰਿਸ਼ਾਂ ਕਰਕੇ ਥੋੜ੍ਹਾ ਜਿਹਾ ਲਟਕ ਗਿਆ ਆ। ਉਹ ਅਸੀਂ 1 ਮਹੀਨੇ 'ਚ ਪੂਰਾ ਕਰ ਦਾਂਗੇ। ਅਤੇ ਉੱਥੇ ਬੜਾ ਵੱਡਾ ਵਾਟਰ ਰੈਜ਼ਰਵਾਇਰ ਬਣ ਰਿਹਾ, ਉੱਥੇ 465 ਕਰੋੜ ਰੁਪਈਆ ਖਰਚਿਆ ਜਾ ਰਿਹਾ ਆ, ਜਿਹਦੇ ਨਾਲ ਚੰਡੀਗੜ੍ਹ ਵਰਗਾ ਸਾਫ ਸੁਥਰਾ ਪਾਣੀ ਨੇੜੇ ਤੇੜੇ ਸਾਰੀਆਂ ਕਲੋਨੀਆਂ ਨੂੰ ਮਿਲੂਗਾ। ਉਹਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ, 1.5 ਸਾਲ ਹੋ ਗਿਆ ਉੱਥੇ ਵੀ ਕੰਮ ਚੱਲਦੇ ਨੂੰ। ਉਹ ਵੀ ਅਸੀਂ ਜਗ੍ਹਾ ਦਿੱਤੀ ਹੈ, ਡਿਪਾਰਟਮੈਂਟ ਹੋਰ ਕੋਈ ਬਣਾ ਰਿਹਾ। ਅਤੇ ਬਾਕੀ ਕੁਛ ਹੋਰ ਤਰ੍ਹਾਂ ਦੀਆਂ ਕੁਛ ਛੋਟੀਆਂ ਮੋਟੀਆਂ ਇਰੈਗੂਲਰਿਟੀ ਸੀਗੀਆਂ। ਦਫ਼ਤਰ 'ਚੋਂ ਕਰਪਸ਼ਨ ਨੂੰ ਅਸੀਂ ਪੱਕੇ ਤੌਰ 'ਤੇ ਖਤਮ ਕੀਤਾ ਆ ਅਤੇ ਜ਼ੀਰੋ ਟੋਲਰੈਂਸ ਹੈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਕਿ ਚਾਹੇ ਕੋਈ ਛੋਟਾ ਹੋਵੇ ਚਾਹੇ ਵੱਡਾ ਹੋਵੇ, ਕਰਪਸ਼ਨ ਨਹੀਂ ਟੋਲਰੇਟ ਕਰਨੀ, ਕੰਜ਼ਿਊਮਰ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ, ਲਾਟੀਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਉਹਨਾਂ ਦੀਆਂ ਮੁਸ਼ਕਿਲਾਂ ਨੂੰ ਲਗਾਤਾਰ ਹੱਲ ਕਰ ਰਹੇ ਹਾਂ ਅਸੀਂ। ਹੁਣ ਸਾਡੇ ਕੋਲ ਥੋੜ੍ਹਾ ਬਹੁਤ ਪ੍ਰੈਸ਼ਰ ਘਟਿਆ ਆ, ਜਿੱਦਾਂ NOC ਜਿਹੜੀਆਂ ਨਹੀਂ ਸੀ ਦਿੱਤੀਆਂ ਜਾ ਰਹੀਆਂ, ਫਾਈਲਾਂ ਗੁੰਮ ਹੋ ਗਈਆਂ ਸੀ ਵਿੱਚੋਂ, ਨੋਨ ਕੰਸਟਰਕਸ਼ਨ ਫੀਸ ਜਿਹੜੀਆਂ ਸੀਗੀਆਂ ਉਹ ਕਈ ਪੁਰਾਣੀਆਂ ਪੈਂਡਿੰਗ ਲੈਣ ਵਾਲੀਆਂ ਪਈ ਸੀਗੀਆਂ, ਕਈਆਂ ਦੇ ਜਿਹੜੇ ਆ ਬਾਵਜੂਦ ਅਦਾ ਕਰਨ ਦੇ ਵੀ ਉਹਨਾਂ ਨੂੰ ਨੋ ਓਬਜੈਕਸ਼ਨ ਸਰਟੀਫਿਕੇਟ ਨਹੀਂ ਸੀ ਦਿੱਤਾ ਜਾਂਦਾ, ਰਜਿਸਟਰੀਆਂ ਨਹੀਂ ਸੀ ਹੋ ਰਹੀਆਂ, ਮਲਟੀਪਲ ਪ੍ਰੋਬਲਮ ਸੀਗੀਆਂ। ਉਹ ਅਸੀਂ ਕਾਫੀ ਹੱਦ ਤੱਕ ਗੱਲ ਕੀਤੀ, ਮਤਲਬ ਇਹਦੇ ਹੱਲ ਕੀਤਾ। ਅਤੇ ਇਹਦੇ ਵਿੱਚ ਅਸੀਂ ਆਪਸੀ ਆਫਿਸਰ ਦੇ ਨਾਲ ਗੱਲ ਕਰ ਰਹੇ ਸੀਗੇ ਕਿ ਪੀਰੀਓਡਿਕਲੀ ਹੁਣ ਅਸੀਂ ਕੁਛ ਮੀਡੀਆ ਨੂੰ ਦੱਸਣ ਜੋਗੇ ਹੋ ਗਏ ਹਾਂ। ਉਹਦੇ ਵਾਸਤੇ ਬੇਸਿਕਲੀ ਪ੍ਰੈਸ ਕਾਨਫਰੰਸ ਕੀਤੀ ਸੀਗੀ। ਆਪਾਂ ਕਰਪਸ਼ਨ ਦੀ ਗੱਲ ਕਰਦੇ ਹਾਂ, ਉਹ ਬਹੁਤ ਅਹਿਮ ਮੁੱਦਾ ਹੈ, ਪਰ ਜਿਹੜਾ ਤੁਸੀਂ ਆ ਸਾਰਾ ਵੇਰਵਾ ਦੱਸਿਆ ਹੈ ਇਹ ਹੈਰਾਨ ਕਰ ਦੇਣ ਵਾਲਾ ਹੈ ਕਿ ਇਹ ਉਸੇ ਇੰਪਰੂਵਮੈਂਟ ਟਰਸਟ ਬਾਰੇ ਗੱਲ ਹੋ ਰਹੀ ਹੈ ਜਿਹਨੂੰ ਕਹਿ ਰਹੇ ਸੀ ਕਿ ਇੰਪਰੂਵਮੈਂਟ ਟਰਸਟ ਤਾਂ ਡੁੱਬ ਗਿਆ ਆ, ਇੰਪਰੂਵਮੈਂਟ ਟਰਸਟ ਤਾਂ ਖਤਮ ਹੋ ਗਿਆ। ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਅਚਾਨਕ ਇੰਨਾ ਕੁਝ ਕਿੱਦਾਂ ਨਿਕਲ ਆਇਆ? ਇਹ ਮਤਲਬ ਦੇਖੋ, ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀਆਂ ਆ, ਕਿਉਂਕਿ ਹਰ ਇੱਕ ਜਿਹੜਾ ਸਾਰੀ ਦੁਨੀਆ ਮਾੜੀ ਨਹੀਂ ਹੁੰਦੀ। ਟਰਸਟ ਦੇ ਵਿੱਚ ਮੇਰੇ ਕੋਲ ਭਾਵੇਂ EMPLOYEES ਥੋੜ੍ਹੇ ਆ, 151 ਸਟਰੈਂਥ ਹੈ, ਮੈਂ ਸਿਰਫ 41 ਬੰਦਿਆਂ ਨਾਲ ਕੰਮ ਚਲਾ ਰਿਹਾ। ਮੈਂ ਹੁਣ ਮਤਲਬ ਆਪਣੇ ਸ਼ਹਿਰ ਦੇ ਹੀ ਮੰਤਰੀ ਸਾਹਿਬ ਬਣ ਗਏ ਨੇ ਸਰਦਾਰ ਬਲਕਾਰ ਸਿੰਘ ਜੀ, ਉਹਨਾਂ ਕੋਲ ਵੀ ਗਿਆ ਆ, ਉਹਨਾਂ ਦੀ ਬੜੀ ਸਪੋਰਟ ਹੈ ਸਾਨੂੰ। ਅਤੇ ਉਹਨਾਂ ਨੇ ਕੁਛ ਆਰਜੀ ਤੌਰ 'ਤੇ ਸਟਾਫ ਦਿੱਤਾ ਵੀ ਹੈ। ਸੈਕਟਰੀ ਲੋਕਲ ਬੋਡੀਜ਼ ਨੂੰ ਵੀ ਮਿਲੇ ਆ, ਸਾਡੀ ਮੀਟਿੰਗਸ ਵੀ ਹੋਈ ਸੀ ਸਾਰਿਆਂ ਦੀ, ਮੰਤਰੀ ਸਾਹਿਬ ਨਾਲ ਵੀ, ਸੈਕਟਰੀ ਲੋਕਲ ਬੋਡੀਜ਼ ਨਾਲ ਵੀ। ਅਤੇ ਜਿੰਨਾ ਕੁ ਸਟਾਫ ਹੈਗਾ ਉਹਦੇ ਨਾਲ ਅਸੀਂ ਮਤਲਬ ਜਦੋਂ ਹੁਣ 7:30 ਵੀ ਟਾਈਮ ਮੁੱਖ ਮੰਤਰੀ ਸਾਹਿਬ ਨੇ ਕਰਤਾ ਸੀਗਾ, ਅਸੀਂ 7:30 ਵਜੇ ਤੋਂ ਰਾਤ ਦੇ 8 ਵਜੇ ਤੱਕ ਕੰਮ ਕਰਦੇ ਸੀ ਸਾਰੇ ਜਣੇ। ਮਤਲਬ EMPLOYEES ਦਾ ਇੰਨਾ ਹੀ ਸਹਿਯੋਗ ਹੈ। ਔਰ ਜਿਹੜੇ ਘਪਲੇ ਵੀ ਹੋਇਆ ਉਹਨਾਂ ਵਿੱਚੋਂ ਹੀ ਸਾਡੇ ਹੀ ਕੁਛ EMPLOYEE ਇਨਵੋਲਡ ਨੇ, ਜਿਨ੍ਹਾਂ ਵਿੱਚੋਂ 2 ਬੰਦੇ ਤਾਂ ਬਿਲਕੁਲ ਗਹਿ ਗੱਚ ਇਨਵੋਲਡ ਨੇ, ਜਿਨ੍ਹਾਂ ਦੇ ਫਾਈਲਾਂ ਦੇ ਉੱਪਰ ਹੀ ਸਬੂਤ ਪਏ ਆ। ਅਤੇ ਸੋ ਦੀਜ਼ ਆਰ ਅਨਫੋਰਚੂਨੇਟ ਥਿੰਗਸ। ਪਰ ਉਹਦੇ ਬਾਵਜੂਦ ਅਸੀਂ ਮਤਲਬ ਵੀ ਆਰ ਨਾਟ ਆਊਟ ਆਫ ਡੈਟ ਯੈਟ, ਅਸੀਂ ਟਰਬਲ 'ਚ ਆ ਜੇ ਵੀ,
ਪਰ ਇੱਦਾਂ ਵੀ ਸਾਹ ਲੈਣ ਜੋਗੇ ਹੋ ਗਏ ਆ। ਮਤਲਬ ਉਹ ਦਿਨ ਦੂਰ ਨਹੀਂ ਹੈ ਜਦੋਂ ਇੱਥੇ ਜਿੱਥੇ ਆਪਾਂ ਬੈਠੇ ਆ, ਜਿਹੜੀ ਬਿਲਡਿੰਗ 'ਚ ਲੋਕ ਸੋਚਦੇ ਆ ਵੀ ਸ਼ਾਇਦ ਡਿੱਗਣ ਵਾਲੀ ਹੋ ਗਈ ਆ, ਇੱਥੇ ਹੀ 7 ਮੰਜ਼ਿਲੀ ਬਿਲਡਿੰਗ ਬਣਾਵਾਂਗੇ। ਪਲਾਨ ਤਿਆਰ ਕਰਕੇ ਮੁੱਖ ਮੰਤਰੀ ਸਾਹਿਬ ਤੋਂ ਉਦਘਾਟਨ ਕਰਾਵਾਂਗੇ ਤੇ ਇੱਕ ਫਲੋਰ ਤੇ ਟਰਸਟ ਦਾ ਦਫ਼ਤਰ ਹੋਗਾ, ਬਾਕੀ ਫਲੋਰ ਦੀ ਇਨਕਮ ਆਏਗੀ। ਇਹ ਸਾਡੇ ਟੀਚੇ ਨੇ, ਅਜੇ ਇਹਦੇ ਤੇ ਹੋਮਵਰਕ ਅਸੀਂ ਸਾਰਾ ਕਰਨਾ ਆ ਤੇ ਸਾਰਾ ਕੁਛ ਹੀ ਅਸੀਂ ਕਰਾਂਗੇ। ਲੋਕਾਂ ਨੂੰ ਸੁਵਿਧਾਵਾਂ ਦੇਵਾਂਗੇ। ਅਜੇ ਵੀ ਲੋਕਾਂ ਦੀਆਂ ਕੰਪਲੇਂਟਸ ਨੇ, ਅਜੇ ਵੀ ਲੋਕ, ਕਿਉਂਕਿ ਅਸੀਂ ਮਤਲਬ ਉਧਰ ਨੂੰ ਚੱਲੇ ਆ, ਅਜੇ ਕਾਫੀ ਤੁਰੇ ਆ, ਬਟ ਪੂਰਾ ਅਸੀਂ ਚਮਕਾਉਣਾ ਆ, ਸਾਰੇ ਜਲੰਧਰ ਨੂੰ ਚਮਕਾਉਣਾ ਆ। ਅੱਛਾ ਸੰਘੇੜਾ ਸਾਹਿਬ, ਤੁਸੀਂ ਹੁਣੀ ਜ਼ਿਕਰ ਕੀਤਾ ਕਿ ਤੁਹਾਡੇ ਆਪਣੇ ਕੁਝ ਪੁਰਾਣੇ ਅਧਿਕਾਰੀਆਂ ਦੇ ਨਾਮ ਵੀ ਵਿੱਚ ਸ਼ਾਮਿਲ ਹੈਗੇ ਨੇ। ਮੈਂ ਜ਼ਰੂਰ ਸਮਝਦਾ ਕਿ ਇਹ ਚੀਜ਼ਾਂ ਵਿਭਾਗੀ ਕਾਰਵਾਈ ਦਾ ਹਿੱਸਾ ਹੁੰਦੀਆਂ ਨੇ, ਪਰ ਮੈਂ ਜਾਣਨਾ ਚਾਹੁੰਦਾ ਹਾਂ ਕਿ ਆਖਿਰਕਾਰ ਉਹ ਕਿਹੜੇ ਅਧਿਕਾਰੀ ਸੀ, ਉਹ ਕਿਹੜੇ ਘਪਲੇ ਸੀ, ਜੋ ਕੁਝ ਵੀ ਤੁਸੀਂ ਦੱਸ ਸਕੋ। ਪ੍ਰੀਲਿਮਿਨਰੀ ਆ ਜੇ, ਇਸ ਕਰਕੇ ਮੈਂ ਕਿਸੇ ਅਧਿਕਾਰੀ ਦਾ ਨਾਂ ਨਹੀਂ ਲੈਣਾ ਚਾਹੁੰਦਾ। ਮੈਂ ਵੈਸੇ ਵੀ ਬਾਈ ਨੇਮ, ਕਿਉਂਕਿ ਇੰਡੀਵਿਜੂਅਲ ਥੋੜ੍ਹੀ ਹੁੰਦਾ ਆ, ਆਪਾਂ ਸਿਸਟਮ ਦੇ ਖਿਲਾਫ ਲੜਦੇ ਆ। ਸਿਸਟਮ ਦੇ ਵਿੱਚ ਜਿਹੜਾ ਬੰਦਾ ਕਰਪਟ ਹੈ ਉਹਦੇ ਵਿਰੁੱਧ ਕਾਰਵਾਈ ਕਰੀਦੀ ਆ। ਸੋ ਇਹ 'ਚੋਂ ਕੋਈ ਮਾਈਲੇਜ ਥੋੜ੍ਹੀ ਲੈਣੀ ਹੁੰਦੀ ਆ। ਉਹਦਾ ਵੀ ਨਹੀਂ ਦੱਸ ਸਕਦੇ? ਹਾਂ, ਨਹੀਂ ਮੈਂ ਨਾਂ ਵੀ ਦੱਸ ਦੂੰਗਾ ਜੇ ਫਾਈਨਲ ਨਹੀਂ ਹੋਏ, ਬਟ ਉੱਚ ਅਧਿਕਾਰੀ ਹੈ। ਕਿਉਂਕਿ ਸਾਡਾ ਮੰਨਣਾ ਆ, ਆਮ ਆਦਮੀ ਪਾਰਟੀ ਦਾ ਮੰਨਣਾ ਆ ਵੀ ਕਰਪਸ਼ਨ ਉੱਪਰੋਂ ਥੱਲੇ ਨਹੀਂ ਸ਼ੁਰੂ ਹੁੰਦੀ ਹੈ। ਸਭ ਤੋਂ ਉੱਪਰਲਾ ਅਧਿਕਾਰੀ ਜਿਹੜਾ SC ਲੈਵਲ ਦਾ ਅਧਿਕਾਰੀ ਹੈ, ਨਿਗਰਾਨ ਇੰਜੀਨੀਅਰ ਦਾ ਲੈਵਲ ਦਾ ਅਧਿਕਾਰੀ ਹੈ, ਉਹ ਤਾਂ ਜ਼ਿੰਮੇਵਾਰ ਹੈਗਾ ਹੀ ਹੈ ਨਾ। ਉਹ ਹੁਣ ਇਸ ਵੇਲੇ ਜਿੱਥੇ ਮਰਜ਼ੀ ਪੋਸਟਡ ਹੋਵੇ, ਜੋ ਮਰਜ਼ੀ ਹੋਵੇ, ਉਹਦੀ ਜ਼ਿੰਮੇਵਾਰੀ ਤਾਂ ਬਣਦੀ ਹੈ। ਮੈਂ ਲਿਖ ਕੇ ਭੇਜ ਚੁੱਕਾ ਹਾਂ, ਮੈਂ ਹੈੱਡਕੁਆਟਰ ਨੂੰ ਲਿਖ ਕੇ ਭੇਜਿਆ ਕਿ ਮੁੱਢਲੇ ਤੌਰ 'ਤੇ ਆਹ ਗੱਲ ਬਣਦੀ ਹੈ, ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਾਬਕਾ ਚੇਅਰਮੈਨ ਦਾ ਵੀ ਕਿਤੇ ਨਾ ਕਿਤੇ ਜ਼ਿਕਰ ਆਉਂਦਾ ਹੈ, ਅਚਾਨਕ ਸਵਾਲ ਖੜੇ ਹੋਣ ਲੱਗਦੇ ਨੇ। ਤੁਹਾਡਾ ਕੀ ਕਹਿਣਾ ਕਿ ਉਹਨਾਂ ਦੀ ਵੀ ਸ਼ਮੂਲੀਅਤ ਸੀ ਵਿੱਚ? ਇਸ ਕੇਸ 'ਚ ਨਹੀਂ ਹੈਗੀ, ਇਸ ਕੇਸ 'ਚ ਨਹੀਂ ਹੈਗੀ ਉਹਨਾਂ ਦੀ। ਹਾਲ ਦੀ ਘੜੀ ਤਾਂ ਨਹੀਂ ਲੱਗੀ ਮੈਨੂੰ, ਕਿਉਂਕਿ ਆਪਾਂ ਕਿਸੇ ਦੇ ਨਿੱਜੀ ਤੌਰ 'ਤੇ ਥੋੜ੍ਹੀ ਕਿਸੇ। ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਕਾਗਜ਼ਾਤ ਪਏ ਹੋਏ ਨੇ, ਜ਼ਮੀਨਾਂ ਅਲਾਟ ਹੋਈਆਂ ਨੇ, ਤਾਂ ਜ਼ਾਹਿਰ ਤੌਰ ਦੇ ਉੱਤੇ ਚੇਅਰਮੈਨ ਸਾਹਿਬ ਦੇ ਦਸਖਤ ਤੋਂ ਬਿਨਾਂ ਕਿਸ ਤਰ੍ਹਾਂ ਹੋ ਸਕਦੀਆਂ ਨੇ? ਤੇ ਇਹ ਕਿਹਾ ਜਾ ਸਕਦਾ ਕਿ ਉਹਨਾਂ ਦੀ ਵਿੱਚ ਇਨਵੋਲਵਮੈਂਟ ਹੋ ਸਕਦੀ ਹੈ? ਨਹੀਂ, ਮੈਂ ਤਾਂ ਨਹੀਂ ਕਿਹਾ ਵੀ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈਗੀ, ਤੇ ਨਾ ਹੀ ਚੇਅਰਮੈਨ ਤੋਂ ਬਿਨਾਂ। ਮੈਂ ਤਾਂ ਇਹ ਕਹਿੰਦਾ, ਹੁਣ ਮੈਂ ਅੱਜ ਇੱਥੇ ਬੈਠਾ ਹਾਂ, ਕੱਲ੍ਹ ਨੂੰ ਮੈਂ ਕਹਾਂ ਨਹੀਂ ਮੈਨੂੰ ਨਹੀਂ ਪਤਾ, ਇੱਦਾਂ ਦੀ ਤਾਂ ਕੋਈ ਗੱਲ ਨਹੀਂ। ਇੱਥੇ ਇੰਪਰੂਵਮੈਂਟ ਟਰਸਟ ਦੇ ਵਿੱਚ ਪੱਤਾ ਨਹੀਂ ਹਿਲ ਸਕਦਾ। ਜੇ ਕਿਸੇ ਨੇ ਕਿਸੇ ਤੋਂ 200 ਰੁਪਈਆ ਵੀ ਲੈ ਲਿਆ, ਇਨਫੋਰਮੇਸ਼ਨ ਮੇਰੇ ਤੱਕ ਆ ਜਾਂਦੀ ਹੈ। ਵੱਖਰੀ ਗੱਲ ਆ ਵੀ ਜਿਹੜਾ 200 ਰੁਪਈਆ ਦੇ ਕੇ ਆਇਆ ਉਹ ਫਿਰ ਮੋਰੇ ਹੋ ਜਾਂਦਾ ਵੀ ਨਹੀਂ ਮੈਂ ਨਹੀਂ ਜੀ ਸ਼ਿਕਾਇਤ ਕਰਨੀ, ਮੈਂ ਕੀ ਲੈਣਾ, ਕੋਈ ਨਹੀਂ। ਸੋ ਇਹ ਕਈ ਵਾਰੀ ਹੋ ਜਾਂਦਾ, ਕੰਜ਼ਿਊਮਰ ਆਪਣਾ ਸ਼ਿਕਾਇਤ ਨਹੀਂ ਕਰਦਾ, ਬਿਨਾਂ ਸਬੂਤਾਂ ਤੋਂ ਤੁਸੀਂ ਇੰਪਲੋਈਜ਼ ਦੇ ਵਿਰੁੱਧ ਕਾਰਵਾਈ ਨਹੀਂ ਹੁੰਦੀ। ਤੇ ਵੱਡਾ ਕਈ ਕੁਛ ਹੋਇਆ ਆ ਇੱਥੇ, 'ਚ ਕੋਈ ਸ਼ੱਕ ਨਹੀਂ ਹੈ। ਸਾਡੇ ਇੱਕ ਇੰਟਰਨਲ ਵਿਜੀਲੈਂਸ ਹੈ, ਮਤਲਬ ਸਾਰੇ ਕੇਸ ਅੰਡਰ ਇਨਵੈਸਟੀਗੇਸ਼ਨ ਹੈ। ਤਾਂ ਹੀ ਮੈਂ ਇਸ ਕਰਕੇ ਨਹੀਂ ਬਹੁਤਾ ਡਿਟੇਲ 'ਚ ਜਾਣਾ ਚਾਹੁੰਦਾ, ਕਿਉਂਕਿ ਉਹਦੇ ਤੋਂ ਬਾਅਦ ਜਦੋਂ ਛਾਇਆ ਹੋਏਗਾ ਜਿਹਦੀ ਜ਼ਿੰਮੇਵਾਰੀ ਹੈ, ਉਹਦੇ ਹਿਸਾਬ ਨਾਲ ਫਿਰ ਸਾਰਾ ਕੁਝ ਹੀ ਸਾਹਮਣੇ ਆ ਜਾਏਗਾ। ਮਤਲਬ ਪੀਰੀਓਡਿਕਲੀ ਸੈਂਟਰਲ ਵਿਜੀਲੈਂਸ ਆਫੀਸਰ ਨੇ ਸਾਡੇ ਮਤਲਬ ਲੋਕਲ ਬਾਡੀਜ਼ ਮਿਨਿਸਟਰੀ ਦੇ ਵਿੱਚ, ਉਹਨਾਂ ਨੇ 22 ਮਾਰਚ 2022 ਨੂੰ ਇੱਥੇ ਚੈਕਿੰਗ ਕੀਤੀ ਸੀ, ਛਾਪਾ ਮਾਰਿਆ ਸੀ, ਰੇਡ ਕੀਤਾ ਸੀ। ਜੋ ਮਰਜ਼ੀ ਕਹਿ ਲਓ, ਅਫਸਰ ਦੀ ਚੈਕਿੰਗ ਤਾਂ ਚੈਕਿੰਗ ਹੀ ਹੁੰਦੀ ਆ, ਉਹਦੇ 'ਚ ਫਿਰ ਵੀ ਰਿਜ਼ਲਟ ਉਹੀ ਆਉਣੇ ਆ। ਉਹਦੇ ਵਿੱਚ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ 25 ਪੰਨਿਆਂ ਦੀ। ਉਹਨਾਂ ਨੇ ਰਿਪੋਰਟ ਇੱਥੇ ਭੇਜਤੀ, ਉਹਦੇ ਵਿੱਚ ਕਾਫੀ ਕੁਝ ਸੀਗਾ। ਮੈਨੂੰ ਤਾਂ ਹੁਣ ਪਤਾ ਲੱਗਿਆ ਨਾ, ਮੈਨੂੰ ਕਿਸੇ ਨੇ ਦੱਸਿਆ ਸੀ, ਜਿੱਦਾਂ ਪੱਤਰਕਾਰ ਵੀਰ ਜਾਂ ਕੋਈ ਹੋਰ ਜਾਂ ਆਮ ਲੋਕ, ਸਾਰਿਆਂ ਨੂੰ ਪਤਾ ਹੁੰਦਾ, ਲੋਕਾਂ ਨੂੰ ਪਤਾ ਹੁੰਦਾ ਕਿੱਥੇ ਕੀ ਹੋ ਰਿਹਾ। ਉਹ ਮੈਨੂੰ ਆ ਕੇ ਕੋਈ ਕਾਗਜ਼ ਫੜਾ ਜਾਂਦੇ ਸੀ ਜਾਂ ਮੈਨੂੰ ਦੱਸ ਜਾਂਦੇ ਸੀ, ਮੈਂ ਉਹ ਫਿਰ ਬੋਲਣ ਲੱਗ ਜਾਂਦਾ ਸੀ। ਦਫ਼ਤਰ ਵਿੱਚ ਤਾਂ ਮੈਜੋਰਟੀ ਲੋਕ ਚੀਜ਼ਾਂ ਲੁਕਾਉਂਦੇ ਸੀਗੇ, ਡਰਦੇ ਸੀਗੇ ਵੀ ਮੇਰਾ ਨਾ ਕਿਤੇ ਵਿੱਚ ਨਾ ਆ ਜਾਵੇ, ਮੇਰਾ ਨਾ ਆ ਜਾਵੇ। ਉਹ ਮੈਂ ਦੇਖਿਆ ਉਸ ਰਿਪੋਰਟ 'ਤੇ ਕਾਰਵਾਈ ਨਹੀਂ ਹੋਈ। ਫਿਰ ਮੈਂ ਉਹ ਰਿਪੋਰਟ ਇੱਥੇ ਇੱਕ ADC UD ਨੇ ਉਹਨਾਂ ਦੇ ਦਫ਼ਤਰ ਤੋਂ ਲਈ। ਫਿਰ ਕੋਈ PCS ਅਧਿਕਾਰੀ ਇੱਥੇ ਟ੍ਰੇਨਿੰਗ 'ਤੇ ਆਇਆ ਸੀ, ਉਹ ਮੈਂ ਸਰਕਲ ਸੀਗਾ, ਮੇਰੀ ਉਹਨਾਂ ਮੁਲਾਕਾਤ ਹੋਈ। ਉਹਨੇ ਮੈਨੂੰ ਦੱਸਿਆ, ਕਹਿੰਦਾ ਜੀ ਸੁਣਾ ਤਾਂ ਮੈਨੇ ਵੀ ਹੈ। ਅਤੇ ਮੈਂ ਉਹ ਰਿਪੋਰਟ ਕੱਢੀ ਅਤੇ ਫਿਰ ਮੈਂ ADC UD ਕੋਲੋਂ ਰਿਪੋਰਟ ਉਹ ਲਈ ਉੱਥੇ, ਅਤੇ ਉਹ 'ਤੇ ਮੈਂ ਜਦੋਂ ਦੇਖਿਆ ਪੜ੍ਹ ਕੇ, ਉਹਦੇ ਵਿੱਚ ਕਰੋੜਾਂ ਰੁਪਏ ਦੇ ਘਪਲੇ ਸੀਗੇ। ਮੈਂ ਹੈੱਡਕੁਆਟਰ ਵੀ ਗੱਲ ਕੀਤੀ ਸੈਕਟਰੀ ਸਾਹਿਬ ਨਾਲ, ਭਈ ਤੁਹਾਡੇ ਆਫਿਸ 'ਚੋਂ ਜੀ ਇਹ ਮਤਲਬ ਇੱਥੋਂ ਤੱਕ ਨਾ ਇੱਥੋਂ ਫੋਲੋਅਪ ਹੋਇਆ, ਨਾ ਮੇਰੇ ਦਫ਼ਤਰ 'ਚ ਹੋਇਆ। ਉਹਨਾਂ ਨੇ ਕਿਹਾ ਸ਼ੋਰ ਸੰਘੇੜਾ ਸਾਹਿਬ ਅਸੀਂ ਕਾਰਵਾਈ ਕਰਾਂਗੇ। ਮਤਲਬ ਹੋਰ ਵੀ ਕੇਸ, ਉਹ 25 ਪੰਨਿਆਂ ਦੀ ਰਿਪੋਰਟ ਸੀਗੀ, ਮੈਂ ਉਹਦਾ ਫਿਰ ਜਵਾਬ ਬਣਾ ਕੇ ਭੇਜਿਆ। ਸੈਕਟਰੀ ਮੈਨੂੰ ਕਿਹਾ ਜਵਾਬ ਬਣਾ ਕੇ ਭੇਜੋ। ਮੈਂ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਂਦਾ। ਉਹਦੇ ਨਾਲ 5 ਪੰਨੇ ਮੈਂ ਹੋਰ ਜੋੜਤੇ। ਉਹ 15-20 ਕਰੋੜ ਦਾ ਘਪਲਾ ਹੋਣਾ ਹੈ। ਹੁਣ ਐਗਜ਼ੈਕਟ ਅਮਾਊਂਟ ਵਿਜੀਲੈਂਸ ਇਨਕੁਆਇਰੀ ਕਰੇਗੀ ਅੱਗੇ, ਜਦੋਂ ਅਜੇ ਹੈੱਡਕੁਆਟਰ ਦੇਖ ਰਿਹਾ। ਜੇ ਲੋੜ ਪੈਂਦੀ ਹੈ ਤਾਂ ਵਿਜੀਲੈਂਸ ਕਰੇਗੀ, ਕਿਉਂ ਕਈ ਕੇਸਾਂ ਵਿੱਚ ਫਿਰ ਸਿਵਲ ਦਾ ਅਫਸਰ ਜਿਹੜਾ ਇਨਕੁਆਇਰੀ ਨਹੀਂ ਕਰ ਸਕਦਾ, ਜਿੱਥੇ ਕਸਟੋਡੀਅਲ ਇਨਕੁਆਇਰੀ ਦੀ ਲੋੜ ਹੋਵੇ ਜਾਂ ਕਿੱਦਾਂ। ਮਤਲਬ ਇੱਦਾਂ ਦਾ ਕੇਸ ਹੈਗਾ। ਕੇਸ ਮੇਰੇ ਧਿਆਨ 'ਚ ਆਇਆ ਜਿਹਦੇ ਵਿੱਚ ਮੈਂ ਤਹਿਸੀਲਦਾਰ ਸਾਹਿਬ ਤੋਂ ਰਜਿਸਟਰ ਲੈ ਕੇ ਆਇਆ। ਇੱਥੇ ਕੋਈ ਰਿਕਾਰਡ ਹੀ ਹੈ ਨਹੀਂ ਗਾ, ਦਫ਼ਤਰ 'ਚ ਰਿਕਾਰਡ ਹੀ ਹੈ ਨਹੀਂ ਕੋਈ, ਮਤਲਬ ਛੱਡਿਆ ਨਹੀਂ ਕੁਛ। ਉਹ ਰਜਿਸਟਰੀ ਦੇ ਵਿੱਚ ਲਿਖਿਆ ਸੀਗਾ ਕਿ 20 ਲੱਖ ਦਾ ਪਲਾਟ ਹੈ ਅਤੇ 1,10,000 ਦਾ ਸਟਾਮ ਲੱਗਿਆ ਹੈ ਅਤੇ ਫਿਰ ਪੂਰੀ ਪੇਮੈਂਟ ਹੋ ਚੁੱਕੀ ਹੈ ਅਤੇ ਸਾਰਾ ਦਸਤਖਤ ਹੈਗੇ ਸਾਰਿਆਂ ਦੇ। ਹੁਣ ਉਹ ਤਹਿਸੀਲਦਾਰ ਸਾਹਿਬ ਨੇ ਥੋੜ੍ਹੀ ਦੇਖਣਾ ਹੈ। ਜੇ ਟਰਸਟ ਕਹਿ ਰਿਹਾ ਹੈ ਤਾਂ ਉਹ ਤਾਂ ਸਾਡੇ ਟਰਸਟ ਦੇ ਚੇਅਰਮੈਨ ਜਾਂ EO ਨੇ ਜਾਂ ਮੁੰਡਿਆਂ ਨੇ ਦੇਖਣਾ ਹੈ ਕਿ ਕਿੰਨੇ ਪੈਸੇ ਜਮ੍ਹਾਂ ਹੋਏ, ਕਿੰਨੇ ਨਹੀਂ। ਪੈਸੇ ਨਹੀਂ ਲੱਭੇ। ਮੈਂ ਤਾਂ ਆ ਕੇ ਮਤਲਬ ਮੈਂ ਤਾਂ ਵੈਸੇ ਹੀ ਕਿਹਾ ਵੀ ਹੋ ਸਕਦਾ ਜ਼ਿਆਦਾ ਜਮ੍ਹਾਂ ਹੋਏ ਹੋਣ, ਜਿੱਦਾਂ ਕਈ ਵਾਰੀ ਪੈਸੇ ਜਮ੍ਹਾਂ ਹੋ ਜਾਂਦੇ, ਪਰ ਇਹ ਕੋਈ ਪ੍ਰਾਈਵੇਟ ਅਦਾਰਾ ਥੋੜ੍ਹੀ ਹੈ।
ਉਹ 20 ਲੱਖ ਰੁਪਏ 'ਚ ਮੈਨੂੰ 1 ਰੁਪਈਆ ਵੀ ਨਹੀਂ ਲੱਭਾ, ਅਜੇ ਤੱਕ ਤਾਂ ਨਹੀਂ ਲੱਭਾ, ਅਤੇ ਮੈਨੂੰ ਆਸ ਹੈ ਵੀ ਲੱਭਣਾ ਵੀ ਨਹੀਂ ਹੈ, ਕਿਉਂਕਿ ਉਹਨਾਂ ਦਿਨਾਂ 'ਚ ਹੀ ਕੈਸ਼ ਬੁੱਕ 'ਚ ਹੀ ਹੋਣਾ, ਕਿਤੇ ਹੋਰ ਹੋਣਾ ਆ। ਅਤੇ ਨਾ ਹੀ ਕੋਈ ਕਾਗਜ਼ ਉਹਨਾਂ ਦੇ ਹੈਗੇ ਆ। ਮੈਂ ਪਟਵਾਰੀ ਨੂੰ ਸੱਦ ਕੇ ਉਹਨਾਂ ਦੀ ਵੀ ਸਟੇਟਮੈਂਟ ਲਈ ਆ। ਉਹਨੇ ਕਿਹਾ ਜੀ ਮੈਨੂੰ ਕਰਮਚਾਰੀ ਦਾ ਨਾਮ ਉਹਨੇ ਦੱਸਿਆ ਵੀ ਉਹਨੇ ਕਿਹਾ ਸੀਗਾ। ਮੈਂ ਫਿਰ ਜਿਹੜਾ ਮੁੰਡਾ ਰਜਿਸਟਰੀ 'ਤੇ ਗਿਆ ਸੀ ਮੈਂ ਉਹਦੀ ਵੀ ਸਟੇਟਮੈਂਟ ਲਈ ਆ। ਜਿੰਨਾ ਕੁ ਮੈਂ ਸਬੂਤ ਕ੍ਰੀਏਟ ਕਰ ਸਕਦਾ ਉਹ ਵੀ ਕੇਸ ਮੈਂ ਹੈੱਡਕੁਆਟਰ ਨੂੰ ਭੇਜ ਦਿੱਤਾ ਆ। ਅੱਛਾ ਸੰਘੇੜਾ ਸਾਹਿਬ, ਤੁਸੀਂ 25 ਕੁ ਪੰਨਿਆਂ ਦੀ ਇੱਕ ਰਿਪੋਰਟ ਦਾ ਜ਼ਿਕਰ ਕੀਤਾ। ਉਸ ਰਿਪੋਰਟ ਦੇ ਵਿੱਚ ਸਿਰਫ ਇਹ ਅਮਾਊਂਟ ਦੇ ਵੇਰਵੇ ਹੀ ਸੀਗੇ ਜਾਂ ਫਿਰ ਕੋਈ ਨਾਮ ਵੀ ਮੌਜੂਦ ਸੀ? 5 ਪੰਨੇ ਮੈਂ ਵੀ ਜੋੜਤੇ ਸੀ ਉਹਦੇ ਵਿੱਚ, ਇਨ ਦਾ ਮੀਨ ਟਾਈਮ ਜਿਹੜੇ ਮੈਂ ਕੇਸ ਲੱਭੇ ਸੀ। ਹੁਣ ਉਦੋਂ ਵੀ ਜ਼ਿਆਦਾ ਹੋ ਗਏ ਹੋਣੇ ਆ। ਉਹ 30 ਪੰਨਿਆਂ ਦੀ ਰਿਪੋਰਟ ਬਣ ਗਈ ਫਿਰ ਉਹਦੇ ਨਾਲ। ਮੈਂ ਲਿਖ ਕੇ ਵੀ ਇਹੀ ਭੇਜਿਆ ਸੀਗਾ ਜੀ ਵੀ 25 ਪੰਨੇ ਦੀ ਰਿਪੋਰਟ ਤੁਹਾਡੇ ਨਾਲ ਭੇਜੀ ਸੀ, 5 ਮੈਂ ਜੋੜਤੇ ਆ, ਹੁਣ ਉਹਨੂੰ 30 ਪੰਨਿਆਂ ਦੀ ਰਿਪੋਰਟ ਸਮਝਿਆ ਜਾਵੇ। ਅਤੇ ਮਤਲਬ ਆਹੋ ਲਿਖੇ ਹੋਏ ਆ। ਕੀ ਆਪਾਂ ਜਾਣ ਸਕਦੇ ਹੋ ਕੌਣ? ਮੈਂ ਅਜੇ ਉਹਦੇ ਜਾਣ ਸਕਦੇ ਹਾਂ। ਉਹ ਅਜੇ ਸੈਕੰਡ ਫੇਜ਼ ਦੀ ਇਨਕੁਆਇਰੀ ਉਹ 'ਚ ਡੈਪਥ ਹੋਏਗੀ ਨਾ। ਹਾਂ, ਅਹੁਦੇ ਵੱਡੇ ਹੀ ਨੇ, ਅੱਛਾ ਜੀ। ਕਿਉਂਕਿ ਮੈਂ ਉਸ ਮਤਲਬ ਅਸੀਂ ਉੱਦਾਂ ਦੇ ਨਹੀਂ ਹੈਗੇ ਵੀ ਥੱਲਿਓਂ ਪਟਵਾਰੀ ਫੜ ਲਓ ਅਤੇ ਉੱਪਰਲੇ ਬੰਦੇ ਨੂੰ ਕਹੋ ਹੀ ਕੁਛ ਨਾ। ਚੇਅਰਮੈਨ? ਹਾਂਜੀ, ਨਹੀਂ ਇੱਦਾਂ ਆਹ ਨੈਚੁਰਲੀ ਚੇਅਰਮੈਨ ਈਓ ਜਾਂ ਉਹ ਡਿਪੈਂਡ ਕਰਦਾ ਉਹਦੇ ਵਿੱਚੋਂ, ਕਿਉਂਕਿ ਹੈ ਤਾਂ ਕੇਸ ਇੱਦਾਂ ਦਾ ਹੀ ਆ ਵੀ ਜਿਹੜੇ ਤੁਹਾਡਾ ਮੂਡ ਆਫ ਹੁੰਦਾ ਹੈ ਸੁਣ ਕੇ। ਹਾਂ, ਤੁਹਾਡਾ ਮਤਲਬ ਤੁਹਾਨੂੰ ਪਤਾ ਲੱਗਦਾ ਆ ਵੀ ਕਿਉਂ ਪੰਜਾਬ ਇੰਨਾ ਪਿੱਛੇ ਨੂੰ ਗਿਆ। ਕਦੀ ਤੁਸੀਂ ਕੋਈ ਪ੍ਰੋਪਰਟੀ ਡੀਲਰ ਫੇਲ ਹੁੰਦਾ ਦੇਖਿਆ? ਠੀਕ ਆ, ਕੋਈ ਜ਼ਿਆਦਾ ਬਗਲ ਲਵੇ, ਵੱਡੀ ਕਲੋਨੀ ਕੱਟ ਦੇਵੇ, ਉਨੀ ਸਮਰੱਥਾ ਨਾ ਹੋਵੇ, ਪੈਸੇ ਮਰ ਜਾਣ, ਹਾਂਜੀ ਕੋਈ ਇੱਦਾਂ ਦੀ ਹੋ ਜਾਂਦੀਆਂ ਚੀਜ਼ਾਂ। ਖਲਾਰਾ ਨਾ ਸਾਂਭ ਸਕੇ, ਕੁਛ ਅੰਦਰ ਵੀ ਹੋਏ ਆ। ਬਟ ਫੋਰਨ ਤੱਕ ਜਾਇਦਾਦਾਂ ਉਹਨਾਂ ਦੀਆਂ ਜਿਹੜੇ ਅੰਦਰ ਵੀ ਹੋਏ ਆ, ਕਿਉਂਕਿ ਇਹ ਤਾਂ ਸਰਕਾਰੀ ਮਹਿਕਮਾ ਤਾਂ ਨਾਲੇ ਡੁੱਬਣਾ ਹੀ ਨਹੀਂ ਚਾਹੀਦਾ। ਰੈਗੂਲਰ ਪੀਰੀਓਡਿਕਲੀ ਤਾਂ ਆਪਾਂ ਨੂੰ ਕਿਹੜੇ ਕੰਜ਼ੂਮਰ ਆ ਜਿਹੜਾ ਤੁਸੀਂ ਕਹਿੰਦੇ ਜੀ ਤੁਸੀਂ ਮਕਾਨ ਨਹੀਂ ਬਣਾਇਆ, ਜੇ ਨਕਸ਼ਾ ਪਾਸ ਕਰਾਉਣਾ ਤਾਂ ਇੱਥੇ ਨਾਨ ਕੰਸਟਰਕਸ਼ਨ ਫੀਸ ਦਿਓ, ਉਦੋਂ ਹੀ ਜਮ੍ਹਾਂ ਕਰਾਉਂਦੇ ਸਾਰੇ ਜਣੇ। ਮੈਨੂੰ ਤਾਂ ਕਿਸੇ ਨੇ ਨਾ ਕੀਤੀ ਨਹੀਂ ਹੈ। ਕਿਹੜਾ ਬੰਦਾ ਹੈ ਜਿਹੜਾ ਪਾਣੀ ਦਾ ਬਿੱਲ ਨਹੀਂ ਦੇਣ ਨੂੰ ਤਿਆਰ? ਕਿਹੜਾ ਬੰਦਾ ਹੈ ਜਿਹੜਾ ਬਿਜਲੀ ਦਾ ਬਿੱਲ ਨਹੀਂ ਦੇ ਰਿਹਾ? ਕਿਹੜਾ ਬੰਦਾ ਹੈ ਜਿਹੜਾ ਪ੍ਰੋਪਰਟੀ ਟੈਕਸ ਨਹੀਂ ਦੇ ਰਿਹਾ? ਜੇ ਤੁਸੀਂ ਲੈਣਾ ਚਾਹੁੰਦੇ ਹੋ, ਜੇ ਤੁਹਾਡੇ ਹੀ ਕੋਈ EMPLOYE ਤੁਹਾਡੇ ਹੀ ਬੰਦੇ ਕਹੀ ਜਾਂਦੇ ਅੱਧਾ ਤੁਸੀਂ ਰੱਖ ਲਓ, ਅੱਧਾ ਮੈਂ ਰੱਖ ਲੈਣਾ, ਛੱਡੋ ਭਰਾ, ਉਹ ਅਲੱਗ ਚੀਜ਼ ਹੈ। ਸੋ ਇਸ ਕਰਕੇ ਸਰਕਾਰੀ ਮਹਿਕਮੇ ਤਾਂ ਘਾਟੇ 'ਚ ਜਾਣਾ ਹੀ ਨਹੀਂ ਚਾਹੀਦੇ। ਇਹ ਤਾਂ ਪਿਛਲੀਆਂ ਸਰਕਾਰਾਂ ਵੇਲੇ ਜੋ ਕੁਛ ਹੁੰਦਾ ਰਿਹਾ, ਅਸੀਂ ਆਪਣੀ ਵੈਲਫੇਅਰ ਕਰਦੇ ਰਹੇ ਹਾਂ, ਸਰਕਾਰੀ ਮਹਿਕਮੇ ਨੂੰ ਡੋਬਦੇ ਰਹੇ ਹਾਂ। ਇੰਨਾ ਵੀ ਨਹੀਂ ਕਿਸੇ ਨੇ ਧਿਆਨ ਰੱਖਿਆ ਵੀ ਇਹ ਚੱਲੀ ਤਾਂ ਜਾਣ। ਲੋਕਾਂ ਨੂੰ ਵਿਚਾਰਿਆਂ ਨੂੰ ਰਿਕਾਰਡ ਨਹੀਂ ਮਿਲ ਰਿਹਾ, ਖਸਰਾ ਨੰਬਰ ਨਹੀਂ ਮਿਲ ਰਿਹਾ, ਰਜਿਸਟਰੀਆਂ ਨਹੀਂ ਲੱਭ ਰਹੀਆਂ। ਹੁਣ ਕੱਲ੍ਹ ਮੇਰੇ ਕੋਲ 2 ਸ਼ਿਕਾਇਤਾਂ ਆਈਆਂ, ਉਹ ਨਾਂ ਲੈ ਕੇ ਕਹਿ ਰਿਹਾ ਜੀ ਫਲਾਣੇ ਬੰਦੇ ਕੋਲ ਫਾਈਲ ਆ, ਮੈਂ 7 ਸਾਲ ਪਹਿਲਾਂ ਵੀ ਆਇਆ ਸੀਗਾ, ਹੁਣ ਮੈਨੂੰ ਕਿਸੇ ਨੇ ਦੱਸਿਆ ਵੀ ਕਾਰਵਾਈ ਹੋ ਰਹੀ ਆ, ਮੇਰੀ ਫਾਈਲ ਲਵਾ ਦਿਓ। ਬੰਦਾ ਕਈ ਵਾਰੀ ਨਹੀਂ ਧਿਆਨ ਰੱਖਦਾ ਵੀ ਉੱਥੇ ਦਫ਼ਤਰ 'ਚ ਹੈਗੀ ਆ ਅਤੇ ਮੇਰਾ ਆਹ ਕੰਮ ਆ, ਮੇਰੀ ਆਹ ਪਲੋਟ ਆ, ਆਹ ਨੰਬਰ ਹੈ, ਮੇਰਾ ਹੀ ਆ, ਉਹ ਕਿਸੇ ਦਾ ਹੋਰ ਨਹੀਂ ਹੈਗਾ। ਅਤੇ ਮੇਰੇ ਤੋਂ ਪੈਸੇ ਮੰਗਦੇ ਸੀਗੇ ਜੀ, ਮੈਂ ਦੁਬਾਰਾ ਨਹੀਂ ਆਇਆ ਅਤੇ ਹੁਣ ਆਹ ਚੀਜ਼ ਹੋਈ ਹੈ। 2 ਬੰਦੇ ਲਿਖਤੀ ਦੇ ਕੇ ਗਏ ਮੈਨੂੰ। ਹਾਲਾਂਕਿ ਆਮ ਤੌਰ 'ਤੇ ਆਪਣੇ ਲੋਕ ਸ਼ਿਕਾਇਤ ਕਰਨ ਤੋਂ ਕੰਨੀ ਕਤਰਾਉਂਦੇ ਆ। ਉਹ ਕਹਿੰਦੇ ਸਿਫਾਰਿਸ਼ ਨਾਲ ਕੰਮ ਕਰਾ ਲਓ, ਕਾਹਨੂੰ ਕਚਹਿਰੀਆਂ ਦੇ ਚੱਕਰ 'ਚ ਪੈਣਾ। ਅੱਛਾ ਸੰਘੇੜਾ ਸਾਹਿਬ, ਤੁਸੀਂ 2 ਕਰੋੜਾਂ ਦੇ ਘਪਲਿਆਂ ਦਾ ਜ਼ਿਕਰ ਕੀਤਾ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ। ਮੈਂ ਚਾਹੁੰਦਾ ਕਿ ਬਰੀਫਲੀ ਤੁਸੀਂ ਉਹਨਾਂ ਬਾਰੇ ਇੰਟਰੋਡਕਸ਼ਨ ਦੇ ਦਿਓ। ਆਹ ਜਿਹੜੇ ਪਲਾਟ ਮੈਂ ਤੁਹਾਨੂੰ ਦੱਸੇ ਆ, ਇਹਨਾਂ ਦੇ ਵਿੱਚ ਹੀ ਹੈ। ਅੱਛਾ ਜੀ। ਫਿਰ ਜਿੱਦਾਂ ਕੋਈ ਮਤਲਬ 2 ਪਲਾਟ ਨੇ, ਉਹ ਜਿਹੜੇ ਮੁੰਡਾ ਨਕਸ਼ੇ ਪਾਸ ਕਰਾਉਣ ਆਇਆ ਸੀਗਾ, ਜਿਨ੍ਹਾਂ ਦਾ ਪਲਾਟ ਹੈ, ਉਹ ਮੈਂ ਇਹਨੂੰ ਕਿਹਾ ਸੀਗਾ, ਮੈਂ ਕਿਹਾ ਵੀ ਇੱਦਾਂ ਨਹੀਂ ਮੈਂ ਨਕਸ਼ੇ ਪਾਸ ਕਰ ਸਕਦਾ। ਇਹ ਇੱਕ ਤਾਂ ਇਨਕੁਆਇਰੀ 'ਚ ਹੈ ਇਹ ਪਲਾਟ, ਜਿਹੜੀ ਸੈਂਟਰਲ ਸਾਡੇ CVO ਨੇ ਇਨਕੁਆਇਰੀ ਕੀਤੀ ਹੈ, ਸਾਡੇ ਲੋਕਲ ਬਾਡੀ ਮਿਨਿਸਟਰੀ ਤੋਂ, ਸਾਡੀ ਇੰਟਰਨਲ ਵਿਜੀਲੈਂਸ ਨੇ। ਅਤੇ ਨੰਬਰ 2 'ਤੇ ਆ ਪੈਸੇ ਤਾਂ ਮੈਨੂੰ ਬਹੁਤ ਥੋੜ੍ਹੇ ਲੱਗਦੇ ਆ। ਉੱਥੇ ਤਾਂ ਸਾਡੇ ਜਿਹੜੇ ਬਾਕੀ ਪਲਾਟ ਆ ਉਹ 85 ਲੱਖ ਦੇ ਮਤਲਬ ਵਿਕੇ ਹੋਏ ਆ, ਹਾਂਜੀ। ਅਤੇ ਫਿਰ ਉਹਨੇ ਮੈਂ ਇਹਨੂੰ ਕਿਹਾ ਸੱਚ ਦੱਸ ਕੀ ਹੈ। ਉਹ ਮਤਲਬ ਉਹਦੇ ਅਥਰੂ ਆ ਗਏ। ਕਹਿੰਦਾ ਜੀ ਮੈਂ ਤਾਂ ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਅਸੀਂ ਰਾਈਟਸ ਖਰੀਦੇ ਹੋਏ ਆ ਅਤੇ ਮੈਨੂੰ ਕਹਿੰਦੇ ਸੀ 2 ਕਰੋੜ 'ਚ ਤੈਨੂੰ ਦੋਨੇ ਪਲਾਟ ਮਿਲ ਜਾਣਗੇ। ਕਹਿੰਦੇ ਜੀ ਮੈਂ 52 ਲੱਖ ਰੁਪਈਆ ਜਮ੍ਹਾਂ ਕਰਾਇਆ ਅਤੇ 1.5 ਕਰੋੜ ਰੁਪਈਆ ਮੇਰੇ ਤੋਂ ਉੱਦਾਂ ਲੈ ਲਿਆ। ਹੁਣ ਇਹ ਮਤਲਬ ਉਹ 'ਤੇ ਇਨਵੈਸਟੀਗੇਸ਼ਨ ਤੋਂ ਪਤਾ ਲੱਗੇਗਾ। ਫਿਰ ਮੈਂ ਕਿਹਾ ਜਿਹੜਾ 52 ਲੱਖ ਰੁਪਈਆ ਤੂੰ ਜਮ੍ਹਾਂ ਕਰਾਇਆ ਉਹ ਕਿੱਥੇ ਆ? ਕਹਿੰਦਾ ਜੀ ਮੈਨੂੰ ਰਸੀਦਾਂ ਦਿੱਤੀਆਂ ਨਹੀਂ ਉਹਨਾਂ ਨੇ। ਮੈਂ ਕਿਹਾ ਤੂੰ ਕਿੱਦਾਂ ਕਰਾਇਆ? ਕਹਿੰਦਾ ਜੀ ਮੈਂ ਬੈਂਕਾਂ ਰਾਹੀਂ ਇੱਦਾਂ ਜਿੱਦਾਂ ਮੈਨੂੰ ਕਹੀ ਗਿਆ ਮੈਂ ਤਾਂ ਉੱਦਾਂ ਹੀ ਕਰੀ ਗਿਆ। ਹੁਣ ਜਿਹੜੇ ਬੰਦੇ ਨੇ ਪਲਾਟ ਲੈਣਾ ਹੁੰਦਾ ਉਹ ਤਾਂ ਇਸ ਹਿਸਾਬ ਨਾਲ ਹੀ ਸਮਝਦਾ ਨਾ ਵੀ ਚਲੋ ਠੀਕ ਹੈ, ਕੋਈ ਗੱਲ ਨਹੀਂ, ਉੱਪਰ ਬੈਠੇ ਆ ਚੇਅਰ 'ਤੇ ਇਹਨਾਂ ਦੀ ਜ਼ਿੰਮੇਵਾਰੀ ਹੈ, ਮੈਨੂੰ ਰਜਿਸਟਰੀ ਹੋ ਰਹੀ ਹੈ ਮੇਰੀ, ਅਤੇ ਹੋਰ ਮੈਨੂੰ ਕੀ ਚਾਹੀਦਾ। ਅਤੇ ਉਹਦੇ ਵਿੱਚ ਮਤਲਬ ਉਹ ਫਿਰ ਮੈਂ ਉਹਨਾਂ ਨੂੰ ਕਿਹਾ ਮੈਨੂੰ ਉਹ ਸਬੂਤ ਦੇ ਜਿਹੜੇ ਤੂੰ ਜਮ੍ਹਾਂ ਕਰਾਏ ਉਹਨੇ ਮੈਨੂੰ ਦਿੱਤੇ ਆ। ਉਹ ਆਪਣਾ RTGS ਕਰਾਈ ਹੋਈ ਆ, ਹੋਰ ਸਾਰਾ ਕੁਛ ਕੀਤਾ, ਮੈਂ ਕਾਊਂਟਰ 'ਤੇ ਵੈਰੀਫਾਈ ਕਰਾਇਆ, ਉਹਦੇ ਉਹ 52 ਲੱਖ ਰੁਪਈਆ ਆਇਆ ਹੋਇਆ, ਜਿਹਦੇ ਤੋਂ ਸਪਸ਼ਟ ਹੈ। ਜੇ ਉਹ ਬੰਦਾ ਖੁਦ ਕਹਿ ਰਿਹਾ ਮੈਂ 1.5 ਲੱਖ ਤਾਂ ਉੱਦਾਂ ਹੀ ਫੜਾਤਾ ਜੀ, ਅੱਖਾਂ 'ਚ ਅੱਥਰੂ ਭਰ ਕੇ, ਉਹ ਥੋੜ੍ਹੀ ਦੱਸੂ ਨਕਸ਼ਾ ਪਾਸ ਕਰਾਉਣ ਲਈ, ਨਾਲੇ ਉੱਦਾਂ ਹੋਣਾ ਹੀ ਨਹੀਂ। ਮੈਂ ਉਹਨੂੰ ਕਿਹਾ ਬੇਟੇ ਮੈਂ ਇੱਦਾਂ ਨਹੀਂ ਕਰ ਸਕਦਾ, ਮੈਂ ਉੱਪਰੋਂ ਪ੍ਰਵਾਨਗੀ ਲਊਂਗਾ ਜਾਂ ਕੁਛ ਹੋਰ ਕਰੂੰਗਾ, ਅਤੇ ਮੈਨੂੰ ਇਹਦੇ ਬਾਰੇ ਸੋਚਣਾ ਪੈਣਾ। ਸੋ ਇੱਦਾਂ ਦੇਖੋ ਕਿੰਨਾ ਨੁਕਸਾਨ ਹੁੰਦਾ ਆ। ਉਹ ਸਾਰਾ ਨਾ ਉਹ ਪਲਾਟ ਬਣਨਾ, ਨਾ ਨਕਸ਼ਾ, ਉਹ ਤਾਂ ਖੜ੍ਹ ਗਿਆ ਨਾ। ਉਹ ਜੇ ਉਹ ਬਣਦਾ ਤਾਂ ਕੁਛ ਕੰਸਟਰਕਸ਼ਨ ਵਰਕਰ ਉੱਥੇ ਲੱਗਦੇ, ਕੁਛ ਪੈਸਾ ਖਰਚ ਹੁੰਦਾ, ਲੋਕਾਂ 'ਚ ਪੈਸਾ ਆਉਂਦਾ, ਸਾਨੂੰ ਉਹਦਾ ਟੈਕਸ ਮਿਲਦਾ, ਪਾਣੀ ਦਾ ਬਿੱਲ ਆਉਂਦਾ ਸਾਡੇ ਕੋਲ, ਹਾਂਜੀ। ਪਿਛਲੇ ਪੈਸੇ ਉਹ ਭਰਦੇ ਜਦੋਂ ਦਾ ਨਹੀਂ ਬਣਾਇਆ, ਅੱਗੇ ਉਹ ਟਰਾਂਸਫਰ ਕਰਦੇ, ਵੇਚਦੇ ਕਿਸੇ ਨੂੰ, ਮਤਲਬ ਕੋਈ ਚੱਲਦੀ ਗੱਲ ਅੱਗੇ। ਹੁਣ ਇੱਦਾਂ ਦੇ ਪਤਾ ਨਹੀਂ ਕਿੰਨੇ ਪਲਾਟ ਫਸੇ ਪਏ ਆ।
ਅੱਛਾ ਸੰਘੇੜਾ ਸਾਹਿਬ, ਅਸੀਂ ਗੱਲ ਕੀਤੀ ਹੈ ਕਿ ਕਈ ਉੱਚ ਅਧਿਕਾਰੀਆਂ ਦੇ ਨਾਮ ਹੈਗੇ ਨੇ, ਪਰ ਇਹਦੇ ਨਾਲ ਮੈਂ ਇਹ ਜਾਣਨਾ ਚਾਹੁੰਦਾ ਆ ਕਿ ਅਧਿਕਾਰੀਆਂ ਤੋਂ ਇਲਾਵਾ ਜਿਹੜੇ ਪ੍ਰਸ਼ਾਸਨ ਤੇ ਨਾਲ ਅਧਿਕਾਰੀਆਂ ਦੇ ਵਿੱਚ ਬੌਂਡ ਹੁੰਦਾ ਹੈ, ਪੱਤਰਕਾਰਾਂ ਦਾ, ਜੋ ਸਵਾਲ ਤੁਹਾਨੂੰ ਸ਼ਾਇਦ ਬਹੁਤ ਸੁਣਨ ਨੂੰ ਮਿਲਿਆ, ਕਿ ਪੱਤਰਕਾਰਾਂ ਦਾ ਨਾਮ ਵੀ ਵਿੱਚ ਹੈ ਇਹੋ ਜਿਹੇ ਘਪਲਿਆਂ ਦੇ ਵਿੱਚ? ਮੇਰੇ ਨਹੀਂ ਧਿਆਨ 'ਚ ਜੇ ਆਇਆ, ਪਰ ਇਹਦੇ 'ਚ ਇਹ ਆਪਾਂ ਪੱਤਰਕਾਰ ਵੱਲ ਦੀ ਥੋੜ੍ਹੀ ਦੇਖਾਂਗੇ ਵੀ ਇੰਨੇ ਪੱਤਰਕਾਰ ਵੀ ਹੋਣੇ ਚਾਹੀਦੇ ਆ, ਹੈ ਨਾ। ਉਹ ਤਾਂ ਜਿਹਦਾ ਨਾਂ ਆ ਗਿਆ, ਉਹ ਚਾਹੇ IAS ਹੋਵੇ, ਚਾਹੇ PCS ਹੋਵੇ, ਚਾਹੇ ਕੋਈ ਕਾਂਗਰਸੀ ਹੋਵੇ, ਚਾਹੇ ਕੋਈ ਆਮ ਆਦਮੀ ਪਾਰਟੀ ਦਾ ਹੋਵੇ, ਅਤੇ ਚਾਹੇ ਕੋਈ ਸੇਵਾਦਾਰ ਹੋਵੇ। ਸੇਵਾਦਾਰ ਦਾ ਵੈਸੇ ਨਾਂ ਆਉਂਦਾ ਨਹੀਂ ਹੁੰਦਾ, ਇਹਨਾਂ ਵਿਚਾਰਿਆਂ ਨੇ ਕਿੱਥੋਂ ਕਰਪਸ਼ਨ ਕਰ ਲੈਣੀ ਹੈ। ਅਤੇ ਚਾਹੇ ਕੋਈ ਵੱਡਾ ਅਫਸਰ ਹੋਵੇ, ਚਾਹੇ ਛੋਟਾ ਹੋਵੇ, ਉਹ ਤਾਂ ਜਿਹਦਾ ਨਾਂ ਆ ਗਿਆ ਉਹ ਥੋੜ੍ਹੀ ਆ, ਉਹ ਤਾਂ ਬਿਜ਼ਨਸ ਨੇ ਦੇਖਣਾ ਫਿਰ। ਅਤੇ ਮੈਂ ਵੀ ਦੇਖੂੰਗਾ, ਮੈਂ ਵੀ ਨਾਂ ਪਾਏ ਆ ਕੁਛ ਵਿੱਚ, ਜਿਹੜੇ ਹੈਗੇ ਆ, ਪਹਿਲਾਂ ਵੀ ਨਾਂ ਪਾਏ ਹੋਏ ਆ। ਇਨਵੈਸਟੀਗੇਸ਼ਨ 'ਚੋਂ ਤੁਹਾਨੂੰ ਪਤਾ ਲੱਗਦਾ। ਮੈਂ 25 ਸਾਲ ਮੰਡੀ ਬੋਰਡ 'ਚ ਰਿਹਾ, ਕਰਪਸ਼ਨ ਦੇ ਵਿਰੋਧੀ ਮੈਂ ਲੜਾਈ ਲੜੀ ਹੈ। ਮੈਨੂੰ ਐਡਮਿਨਿਸਟ੍ਰੇਸ਼ਨ ਦਾ ਤਜਰਬਾ ਆ, ਮੈਂ ਜੁਡੀਸ਼ੀਅਲ ਅਪੀਲਾਂ ਸੁਣਦਾ ਰਿਹਾ, ਮੈਨੂੰ ਉਹਦਾ ਤਜਰਬਾ ਆ। ਮੈਂ ਵਿਜੀਲੈਂਸ ਦੇ ਨਾਲ ਐਸੋਸੀਏਟ ਹੋ ਕੇ ਵੀ ਕੰਮ ਕੀਤਾ ਹੋਇਆ। ਅਤੇ ਮਤਲਬ ਜੋ ਭਗਵੰਤ ਮਾਨ ਸਾਹਿਬ ਨੇ ਸਾਨੂੰ ਟੀਚਾ ਦਿੱਤਾ ਆ ਕਿ 0 ਟੋਲਰੈਂਸ ਹੈ ਕਰਪਸ਼ਨ ਪ੍ਰਤੀ, ਉਹ 'ਤੇ ਅਸੀਂ ਪੂਰੇ ਉਤਰਾਂਗੇ। ਸੋ ਇਸ ਕਰਕੇ ਮੰਤਰੀ ਹੋਵੇ ਚਾਹੇ ਸੰਤਰੀ, ਭਗਵੰਤ ਮਾਨ ਸਾਹਿਬ ਸਾਨੂੰ ਕਹਿੰਦੇ ਹੁੰਦੇ ਆ ਕਿ ਨਹੀਂ, 0 ਟੋਲਰੈਂਸ, ਮੰਤਰੀ ਹੋਵੇ ਜਾਂ ਸੰਤਰੀ, ਚਾਹੇ ਆਪਣਾ ਹੋਵੇ ਚਾਹੇ ਪਰਾਇਆ, ਕਰਪਸ਼ਨ ਨਹੀਂ ਟੋਲਰੇਟ ਕਰਨੀ। ਅੱਛਾ ਸੰਘੇੜਾ ਸਾਹਿਬ, ਅੰਤ ਵਿੱਚ ਮੈਂ ਆਹੀ ਪੁੱਛਾਂਗਾ, ਹੁਣ ਇੰਪਰੂਵਮੈਂਟ ਟਰਸਟ ਦੇ ਤੁਸੀਂ ਚੇਅਰਮੈਨ ਹੈਗੇ, ਹੁਣ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆਵੇਗਾ ਇੰਪਰੂਵਮੈਂਟ ਟਰਸਟ ਲਈ ਵੀ, ਕਰਪਸ਼ਨ ਦੇ ਮਾਮਲੇ ਦੇ ਵਿੱਚ ਵੀ, ਅਤੇ ਆਮ ਲੋਕਾਂ ਲਈ ਵੀ? ਸਮਾਂ ਤਾਂ ਬੈਟਰ ਹੀ ਆ ਰਿਹਾ। ਤੁਸੀਂ ਦੇਖ ਲਓ, ਜਦੋਂ ਦੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਆ, ਇੱਕ ਪਿੰਡ ਸੌਜ ਤੋਂ, ਹਾਂਜੀ, ਇੱਕ ਸਧਾਰਨ ਮਾਸਟਰ ਦਾ ਮੁੰਡਾ, ਹਾਂਜੀ, ਪਹਿਲਾਂ MP ਬਣ ਗਿਆ, ਫਿਰ ਮੁੱਖ ਮੰਤਰੀ ਬਣ ਗਏ ਨੇ। ਤੁਸੀਂ ਦੱਸੋ, 1.25 ਸਾਲ ਹੋ ਗਿਆ, 1.25 ਸਾਲ ਤੋਂ ਵੀ ਜ਼ਿਆਦਾ ਹੀ ਹੋ ਗਿਆ ਥੋੜ੍ਹਾ ਜਿਹਾ। 2 ਰੁਪਏ ਦਾ ਵੀ ਇਲਜ਼ਾਮ ਹੈ। ਮੈਂ ਤਾਂ ਕਹਿਣਾ ਹੀ ਕਹਿਣਾ, ਮੇਰੇ ਮੁੱਖ ਮੰਤਰੀ ਨੇ, ਜਾਖੜ ਸਾਹਿਬ ਸਾਡੀ ਓਪੋਜੀਸ਼ਨ 'ਚ ਨੇ, ਸਭ ਤੋਂ ਵੱਧ ਓਪੋਜੀਸ਼ਨ ਕਰਦੇ ਨੇ, BJP ਦੇ ਪ੍ਰਧਾਨ ਬਣ ਗਏ ਨੇ। ਉਹ ਵੀ ਇੱਕ ਦਿਨ ਕਿਤੇ ਮਤਲਬ ਕਹਿ ਗਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਜਦੋਂ ਅਕਾਲੀਆਂ ਕਾਂਗਰਸੀਆਂ ਸਾਰਿਆਂ ਦੇ ਵਿੱਚ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ ਅਤੇ ਨਾਲ ਕਿਹਾ ਤੁਹਾਡੇ ਸਾਰਿਆਂ ਦੀਆਂ ਫਾਈਲਾਂ ਹੈਗੀਆਂ ਮੇਰੇ ਕੋਲ ਜਿਹੜੀਆਂ ਤੁਸੀਂ ਕਰਪਸ਼ਨ ਕੀਤੀ ਆ, ਕਹਿੰਦੇ ਉਹਨਾਂ ਨਾਲ ਅੱਖ ਨਹੀਂ ਮਿਲਾ ਸਕੇ, ਜਾਂ ਤਾਂ ਕੋਈ ਦੋਸ਼ ਲਾਵੇ ਸਾਡੇ ਮੁੱਖ ਮੰਤਰੀ ਸਾਹਿਬ 'ਤੇ। ਸੋ ਚੰਗਾ ਤਾਂ ਹੋਣਾ ਹੀ ਹੈ ਲੋਕਾਂ ਦਾ, ਚਾਹੇ ਉਹ ਬਿਜਲੀ ਫ੍ਰੀ ਕੀਤੀ ਹੈ, ਚਾਹੇ ਰੋਜ਼ ਰੁਜ਼ਗਾਰ ਦੇ ਰਹੇ। ਅੱਜ ਵੀ ਅਧਿਆਪਕ ਪੱਕੇ ਕੀਤੇ ਆ, ਵੋਟ ਤਾਂ ਉਹਨਾਂ ਦੇ ਕਈਆਂ ਨੇ ਲਾਏ ਆ, ਅੱਜ ਵੀ ਅਧਿਆਪਕ ਪੱਕੇ ਕੀਤੇ ਆ। ਰੋਜ਼ ਮੁੱਖ ਮੰਤਰੀ ਸਾਹਿਬ ਦੀਆਂ ਸਾਨੂੰ ਹਦਾਇਤਾਂ, ਜਿੱਦਾਂ ਹੁਣ ਸਾਡੇ ਵੀ ਆ, ਮੈਂ ਉੱਥੇ ਰეკਮੈਂਡੇਸ਼ਨ ਦੇ ਕੇ ਆਇਆ, ਸਾਨੂੰ ਇੰਨੇ ਬੰਦੇ ਚਾਹੀਦੇ ਆ। ਸਾਡੇ ਡਿਪਾਰਟਮੈਂਟ 'ਚ ਵੀ ਅਸੀਂ ਮਤਲਬ ਆਪਣਾ ਲਿਸਟਾਂ ਦੇ ਰਹੇ ਹਾਂ, ਨਵੇਂ ਬੰਦੇ ਆਉਣਗੇ ਨਾਲ ਜੁਆਇਨ ਕਰਨਗੇ। ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਦੇਖੋ, ਇੱਕ ਬ੍ਰੇਨ ਹੁੰਦਾ ਆ, ਇੱਕ ਪੋਲੀਟੀਕਲ ਵਿਅਕਤੀ ਦਾ ਜਿਹੜਾ ਹੈੱਡ ਹੈ, ਉਹਦੇ ਨਾਲ ਸਾਰੀ ਇਨਫੋਰਮੇਸ਼ਨ ਇਨਸੈਮੀਨੇਸ਼ਨ ਹੋਣੀ ਆ। ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਵੀ ਆਪਾਂ ਇਕੱਠੇ ਕਰਾਂਗੇ ਜੀ, ਅਸੀਂ 60 ਲੱਖ ਭਰਤੀਆਂ ਕਰ ਲੈਣੀਆਂ, ਫਲਾਣਾ ਕਰ ਲੈਣੇ, ਤਾਂ ਪੁਰਾਣੇ ਨਾਅਰਾ ਦਿੰਦੇ ਰਹੇ ਆ। ਆਪਣੇ ਕੋਲ ਜਿੱਦਾਂ ਖਾਲੀ ਹੋਈ ਜਾਣੀ ਉਦੋਂ ਉੱਦਾਂ ਹੀ ਕਰੀ ਚੱਲੋ। ਬੱਚੇ ਦੇਖੋ 30,000 ਹੋ ਗਿਆ ਹੁਣ ਤੱਕ। ਅੱਜ ਜਿਹੜੇ ਉਹਦੇ ਨਾਲ ਹੁਣ ਅਧਿਆਪਕ ਪੱਕੇ ਕਰਤੇ, ਜਿਹੜੇ ਪੱਕੇ ਵੀ ਕਰਨੇ ਸੀ ਉਦੋਂ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ, ਅੱਜ ਜਿੱਦਾਂ ਤੁਸੀਂ ਪੱਕੇ ਕਰਨੇ ਨਾ 2 ਮਿੰਟ 'ਚ ਸਟੇ ਹੋ ਜਾਣੇ ਆ। ਕੋਈ ਗੱਲ ਨਹੀਂ, ਬਦਨਾਮੀ ਕਰਦੇ ਆਪੋਜੀਸ਼ਨ ਵਾਲੇ ਕਰੀ ਜਾਣ। ਇਹਨਾਂ ਨੂੰ ਸਾਰਾ ਦੇਖੋ ਕਿੱਥੇ ਕਿਹੜੀ ਪ੍ਰੋਬਲਮ ਪਹਿਲਾਂ ਆਈ ਆ, ਉਹਨਾਂ ਤੋਂ ਫਿਕਰ ਨਹੀਂ ਸੀ, ਉਹਨਾਂ ਨੇ ਤਾਂ ਵੋਟਾਂ ਲੈਣੀਆਂ ਹੁੰਦੀਆਂ ਸੀ ਬਾਅਦ 'ਚ ਫਿਰ। ਅਤੇ ਉਹ ਸਾਰਾ ਲੀਗਲ ਦੇਖ ਕੇ ਕਦੇ 1000 ਹੋ ਰਿਹਾ, ਕਦੇ 1200 ਹੋ ਰਿਹਾ, ਕਦੇ 1500 ਹੋ ਰਿਹਾ, ਸਾਰਿਆਂ ਦੇ ਕੰਮ ਹੋ ਰਿਹਾ। ਬਦਲਾਅ ਤਾਂ ਪਹਿਲਾਂ ਹੈਗਾ ਹੀ ਆ। ਬਿਜਲੀ ਦੇਖ ਲਓ, ਕਿੰਨਿਆਂ ਦੇ ਬਿੱਲ 0 ਆ ਰਹੇ ਆ। ਸੋ ਹਰ ਪਾਸੇ ਸਹੂਲਤ ਦਿੱਤੀ ਆ, ਹਰ ਪਾਸੇ ਸਹੂਲਤ ਦਿੱਤੀ ਆ। ਇਸੇ ਤਰ੍ਹਾਂ ਹੀ ਇੰਪਰੂਵਮੈਂਟ ਟਰਸਟ ਵਿੱਚ ਵੀ ਮੇਰੀ ਪੂਰੀ ਕੋਸ਼ਿਸ਼ ਆ ਕਿ ਇਹਦੇ ਵਿੱਚੋਂ ਵੀ ਖੁਸ਼ਬੂ ਆਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਭਗਵੰਤ ਮਾਨ ਸਾਹਿਬ ਦੇ ਬੋਲਾਂ ਦੀ ਖੁਸ਼ਬੂ ਆਵੇ, ਨਾ ਕਿ ਇੱਥੋਂ ਬਦਬੂ ਆਵੇ ਕਰਪਸ਼ਨ ਦੀ। ਲੋਕ ਅੱਜ ਵੀ, ਮੈਨੂੰ ਕੱਲ੍ਹ ਇੱਕ ਕੋਈ ਵਿਅਕਤੀ ਕਹਿ ਗਿਆ ਜੀ, ਸਾਡੀਆਂ ਇੱਥੇ ਲੱਤਾਂ ਟੁੱਟ ਗਈਆਂ ਇੱਥੇ ਆਉਂਦਿਆਂ ਦੀਆਂ, ਅਤੇ ਸਾਨੂੰ ਹੁਣ ਮਾੜਾ ਮੋਟਾ ਸਾਹ ਆਉਣ ਲੱਗਾ ਆ। ਸੋ ਮੈਂ ਚਾਹੁੰਦਾ ਹਾਂ ਕਿ ਇਹ ਦਫ਼ਤਰ ਜਿਹੜਾ, ਇਹਨੂੰ ਲੋਕ ਦੇਖ ਕੇ ਉਹਨਾਂ ਨੂੰ ਸਕੂਨ ਮਿਲੇ ਜਦੋਂ ਇੱਥੋਂ ਲੰਘਣ ਵੀ। ਮੈਨੂੰ ਕਿਹਾ ਗਿਆ ਸੀ ਜੀ, ਆਹ ਵੇਚ ਦਿਓ ਜ਼ਮੀਨ, ਤੁਹਾਨੂੰ ਪਤਾ ਹੈ ਲੈਂਡ ਮਾਫੀਆ ਹਰ ਇੱਕ ਜਗ੍ਹਾ ਹੀ ਆ, ਤੁਹਾਡੇ ਨਾਲੇ ਕਰਜ਼ਾ ਉਤਰ ਜੂਗਾ ਜੀ, ਕੀ ਪੰਗੇ ਲੈਣੇ, ਤੁਸੀਂ ਛੱਡੋ ਪਰਾਂ, ਬਾਹਰਲੇ ਪਾਸੇ ਦਫ਼ਤਰ ਬਣਾ ਲਓ ਜਾ ਕੇ, ਜਿੱਦਾਂ ਸਰਕਾਰਾਂ ਪਹਿਲੀਆਂ ਕਰਦੀਆਂ ਰਹੀਆਂ। ਨਾਲੇ ਜ਼ਮੀਨ ਵੇਚ ਦੇਣੀ, ਨਾਲੇ ਕਮਿਸ਼ਨ ਲੈ ਲੈਣਾ, ਨਾਲੇ ਪੈਸੇ ਕਮਾ ਲੈਣੇ, ਨਾਲੇ ਸਰਕਾਰ ਨੂੰ ਕਰਜ਼ਾਈ ਕਰ ਦੇਣਾ, ਆਪ ਬਾਹਰ ਖੁੱਲ੍ਹੀ ਜਗ੍ਹਾ 'ਤੇ ਜਮਾ, ਉੱਥੇ ਜਾ ਕੇ ਕੁਛ ਹੋਰ ਬਣਾ ਲਿਆ। ਮੈਂ ਕਿਹਾ ਨਹੀਂ, ਇੱਦਾਂ ਨਹੀਂ, ਕੋਸ਼ਿਸ਼ ਕਰਾਂਗੇ ਸਰਵਾਈਵ ਕਰਨ ਦੀ, ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਰਿਜ਼ਲਟ ਵੀ ਨਿਕਲੂਗਾ। ਜੋ ਤੁਸੀਂ ਕੋਈ ਇਨਪੁੱਟ ਪਾਉਂਦੇ ਨਾ, ਉਹਦਾ ਰਿਜ਼ਲਟ ਨਿਕਲਦਾ। ਹਾਂਜੀ ਹਾਂਜੀ। ਅਤੇ ਜ਼ਰੂਰ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਹੁਣ ਇੱਕ ਵੱਡਾ ਦਾਅਵਾ ਕਰ ਦਿੱਤਾ ਗਿਆ, ਔਰ ਜਿੰਨੇ ਘਪਲੇ ਹੋਏ ਨੇ ਉਹਨਾਂ ਨੂੰ ਹੁਣ ਰਡਾਰ 'ਤੇ ਰੱਖ ਕੇ ਜਾਂਚ ਚੱਲਦੀ ਪਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਵੱਡੇ ਨਾਂ ਸਾਹਮਣੇ ਆਉਣ। ਜੋ ਵੀ ਹੋਏਗਾ ਤੁਹਾਡੇ ਸਾਹਮਣੇ ਲਿਆਉਂਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ।
ਨਵੇਂ ਬੰਦੇ ਆਉਣਗੇ ਨਾਲ ਜੁਆਇਨ ਕਰਨਗੇ। ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਦੇਖੋ, ਇੱਕ ਬ੍ਰੇਨ ਹੁੰਦਾ ਹੈ ਇੱਕ ਪੋਲੀਟੀਕਲ ਵਿਅਕਤੀ ਦਾ ਜਿਹੜਾ ਹੈੱਡ ਹੈ, ਉਹਦੇ ਨਾਲ ਸਾਰੀ ਇਨਫੋਰਮੇਸ਼ਨ ਇਨਸੈਮੀਨੇਸ਼ਨ ਹੋਣੀ ਹੈ। ਉਹਨਾਂ ਨੇ ਉਦੋਂ ਹੀ ਕਹਿ ਦਿੱਤਾ ਵੀ ਆਪਾਂ ਇਕੱਠੇ ਕਰਾਂਗੇ ਜੀ, ਅਸੀਂ 60 ਲੱਖ ਭਰਤੀਆਂ ਕਰ ਲੈਣੀਆਂ, ਫਲਾਣਾ ਕਰ ਲੈਣੇ, ਤਾਂ ਪੁਰਾਣੇ ਨਾਅਰਾ ਦਿੰਦੇ ਰਹੇ ਆ। ਆਪਣੇ ਕੋਲ ਜਿੱਦਾਂ ਜਿੱਦਾਂ ਖਾਲੀ ਹੋਈ ਜਾਣੀ ਉਦੋਂ ਉੱਦਾਂ ਹੀ ਕਰੀ ਚੱਲੋ। ਬੱਚੇ ਦੇਖੋ 30,000 ਹੋ ਗਏ ਹੁਣ ਤੱਕ। ਅੱਜ ਜਿਹੜੇ ਉਹਦੇ ਨਾਲ ਹੁਣ ਅਧਿਆਪਕ ਪੱਕੇ ਕਰਤੇ, ਜਿਹੜੇ ਪੱਕੇ ਵੀ ਕਰਨੇ ਸੀ ਉਦੋਂ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ, ਅੱਜ ਜਿੱਦਾਂ ਤੁਸੀਂ ਪੱਕੇ ਕਰਨੇ ਨਾ 2 ਮਿੰਟ 'ਚ ਸਟੇ ਹੋ ਜਾਣੇ ਆ, ਕੋਈ ਗੱਲ ਨਹੀਂ, ਬਦਨਾਮੀ ਕਰਦੇ ਆਪੋਜੀਸ਼ਨ ਵਾਲੇ ਕਰੀ ਜਾਣ। ਇਹਨਾਂ ਨੂੰ ਸਾਰਾ ਦੇਖੋ ਕਿੱਥੇ ਕਿਹੜੀ ਪ੍ਰੋਬਲਮ ਪਹਿਲਾਂ ਆਈ ਆ, ਉਹਨਾਂ ਤੋਂ ਫਿਕਰ ਨਹੀਂ ਸੀ, ਉਹਨਾਂ ਨੇ ਤਾਂ ਵੋਟਾਂ ਲੈਣੀਆਂ ਹੁੰਦੀਆਂ ਸੀ ਬਾਅਦ 'ਚ ਫਿਰ। ਅਤੇ ਉਹ ਸਾਰਾ ਲੀਗਲ ਦੇਖ ਕੇ ਕਿ ਕਦੇ 1000 ਹੋ ਰਿਹਾ, ਕਦੇ 1200 ਹੋ ਰਿਹਾ, ਕਦੇ 1500 ਹੋ ਰਿਹਾ, ਸਾਰਿਆਂ ਦੇ ਕੰਮ ਹੋ ਰਿਹਾ। ਬਦਲਾਅ ਤਾਂ ਪਹਿਲਾਂ ਹੈਗਾ ਹੀ ਆ। ਬਿਜਲੀ ਦੇਖ ਲਓ ਕਿੰਨਿਆਂ ਦੇ ਬਿੱਲ 0 ਆ ਰਹੇ ਆ। ਸੋ ਹਰ ਪਾਸੇ ਸਹੂਲਤ ਦਿੱਤੀ ਆ, ਹਰ ਪਾਸੇ ਸਹੂਲਤ ਦਿੱਤੀ ਆ। ਇਸੇ ਤਰ੍ਹਾਂ ਹੀ ਇੰਪਰੂਵਮੈਂਟ ਟਰਸਟ ਵਿੱਚ ਵੀ ਮੇਰੀ ਪੂਰੀ ਕੋਸ਼ਿਸ਼ ਆ ਕਿ ਇਹਦੇ ਵਿੱਚੋਂ ਵੀ ਖੁਸ਼ਬੂ ਆਵੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਭਗਵੰਤ ਮਾਨ ਸਾਹਿਬ ਦੇ ਬੋਲਾਂ ਦੀ ਖੁਸ਼ਬੂ ਆਵੇ, ਨਾ ਕਿ ਇੱਥੋਂ ਬਦਬੂ ਆਵੇ ਕਰਪਸ਼ਨ ਦੀ। ਲੋਕ ਅੱਜ ਵੀ, ਮੈਨੂੰ ਕੱਲ੍ਹ ਕੋਈ ਵਿਅਕਤੀ ਕਹਿ ਗਿਆ ਜੀ ਸਾਡੀਆਂ ਇੱਥੇ ਲੱਤਾਂ ਟੁੱਟ ਗਈਆਂ ਇੱਥੇ ਆਉਂਦਿਆਂ ਦੀਆਂ, ਅਤੇ ਸਾਨੂੰ ਹੁਣ ਮਾੜਾ ਮੋਟਾ ਸਾਹ ਆਉਣ ਲੱਗਾ ਆ। ਸੋ ਮੈਂ ਚਾਹੁੰਦਾ ਹਾਂ ਕਿ ਇਹ ਦਫ਼ਤਰ ਜਿਹੜਾ ਇਹਨੂੰ ਲੋਕ ਦੇਖ ਕੇ ਉਹਨਾਂ ਨੂੰ ਸਕੂਨ ਮਿਲੇ ਜਦੋਂ ਇੱਥੋਂ ਲੰਘਣ ਵੀ। ਮੈਨੂੰ ਕਿਹਾ ਗਿਆ ਸੀ ਜੀ ਆਹ ਵੇਚ ਦਿਓ ਜ਼ਮੀਨ, ਤੁਹਾਨੂੰ ਪਤਾ ਹੈ ਲੈਂਡ ਮਾਫੀਆ ਹਰ ਇੱਕ ਜਗ੍ਹਾ ਹੀ ਆ, ਤੁਹਾਡੇ ਨਾਲੇ ਕਰਜ਼ਾ ਉਤਰ ਜੂਗਾ ਜੀ, ਕੀ ਪੰਗੇ ਲੈਣੇ ਤੁਸੀਂ, ਛੱਡੋ ਪਰਾਂ, ਬਾਹਰਲੇ ਪਾਸੇ ਦਫ਼ਤਰ ਬਣਾ ਲਓ ਜਾ ਕੇ, ਜਿੱਦਾਂ ਸਰਕਾਰਾਂ ਪਹਿਲੀਆਂ ਕਰਦੀਆਂ ਰਹੀਆਂ। ਨਾਲੇ ਜ਼ਮੀਨ ਵੇਚ ਦੇਣੀ, ਨਾਲੇ ਕਮਿਸ਼ਨ ਲੈ ਲੈਣਾ, ਨਾਲੇ ਪੈਸੇ ਕਮਾ ਲੈਣੇ, ਨਾਲੇ ਸਰਕਾਰ ਨੂੰ ਕਰਜ਼ਾਈ ਕਰ ਦੇਣਾ, ਆਪ ਬਾਹਰ ਖੁੱਲ੍ਹੀ ਜਗ੍ਹਾ 'ਤੇ ਜਮਾ ਉੱਥੇ ਜਾ ਕੇ ਕੁਛ ਹੋਰ ਬਣਾ ਲਿਆ। ਮੈਂ ਕਿਹਾ ਨਹੀਂ, ਇੱਦਾਂ ਨਹੀਂ, ਕੋਸ਼ਿਸ਼ ਕਰਾਂਗੇ ਸਰਵਾਈਵ ਕਰਨ ਦੀ, ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਰਿਜ਼ਲਟ ਵੀ ਨਿਕਲੂਗਾ। ਜੋ ਤੁਸੀਂ ਕੋਈ ਇਨਪੁੱਟ ਪਾਉਂਦੇ ਨਾ ਉਹਦਾ ਰਿਜ਼ਲਟ ਨਿਕਲਦਾ। ਹਾਂਜੀ। ਤੇ ਜ਼ਰੂਰ ਇੰਪਰੂਵਮੈਂਟ ਟਰਸਟ ਨੂੰ ਲੈ ਕੇ ਹੁਣ ਇੱਕ ਵੱਡਾ ਦਾਅਵਾ ਕਰ ਦਿੱਤਾ ਗਿਆ, ਔਰ ਜਿੰਨੇ ਘਪਲੇ ਹੋਏ ਨੇ ਉਹਨਾਂ ਨੂੰ ਹੁਣ ਰਡਾਰ ਤੇ ਰੱਖ ਕੇ ਜਾਂਚ ਚੱਲਦੀ ਪਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਵੱਡੇ ਨਾਂ ਸਾਹਮਣੇ ਆਉਣ। ਜੋ ਵੀ ਹੋਏਗਾ ਤੁਹਾਡੇ ਸਾਹਮਣੇ ਲਿਆਂਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.